ਅਸੀਂ ਚੱਕੀ ਲਾਂਸਰ ਕਾਲੇ ਰੰਗ ਵਾਲੀ, ਜਿਹਦੇ ਪਿੱਛੇ ਹਿੰਦੀ ਨੇ ਡਾਕੂ ਲਿਖਿਆ ਹੋਇਆ ਸੀ। ਸਾਰੇ ਸ਼ੀਸ਼ੇ ਕਾਲੇ, ਬਿਨਾਂ ਕਿਸੇ ਨੰਬਰ ਪਲੇਟ ਤੋਂ ਤੁਰ ਪਏ ਤੇ ਜਾ ਕੇ ਅੰਮ੍ਰਿਤਸਰ ਲੰਘ ਕੇ ਬਾਰਡਰ ਦੇ ਪਿੰਡ ਕੋਲੋਂ ਇੱਕ ਬੰਦਾ ਮਿਲਿਆ। ਉਹਨੇ ਸਾਨੂੰ ਲਿਫਾਫਾ ਫੜਾ ਦਿੱਤਾ। ਮੈਂ ਕਿਲੋ ਦੇ ਹਿਸਾਬ ਨਾਲ ਸਮਾਨ ਨੂੰ ਉਸ ਦਿਨ ਪਹਿਲੀ ਵਾਰ ਦੇਖਿਆ ਸੀ। ਪਤਾ ਲੱਗਿਆ ਇਹ ਬਾਰਡਰ ਪਾਰ ਤੋਂ ਆਉਂਦਾ ਹੈ। ਤਾਂ ਮੈਂ ਪੁੱਛਿਆ, ਇੰਦੇ ਬਾਈ ਬਾਰਡਰ ਪਾਰ ਵਾਲੇ ਆਪ ਵੀ ਲਾਉਂਦੇ ਹੋਣਗੇ? ਤਾਂ ਇੰਦੇ ਨੇ ਕਿਹਾ, ਨਹੀਂ, ਇਹ ਬਸ ਸਾਡੇ ਹੀ ਸਿਰ ਝੁਕਾਉਂਦੇ ਨੇ ਗੁਲਾਮਾਂ ਵਾਂਗੂ। ਮੈਂ ਕਿਹਾ, ਸਿਰ ਝੁਕਾਉਣ ਤੋਂ ਤੇਰਾ ਕੀ ਮਤਲਬ? ਤਾਂ ਉਹਨੇ ਬਹੁਤ ਦਿਲਚਸਪ ਗੱਲ ਦੱਸੀ। ਕਹਿੰਦਾ, ਕੋਈ ਵੀ ਨਸ਼ਾ ਜੋ ਸਾਡੇ ਦੇਸ਼ 'ਚ ਆਮ ਕਰਕੇ ਅਸੀਂ ਦੇਖਦੇ ਹਾਂ, ਸਿਰ ਚੁੱਕ ਕੇ ਕੀਤਾ ਜਾਂਦਾ। ਜਿਵੇਂ ਪੈਗ ਵੀ ਸਿਰ ਉੱਤੇ ਕਰਕੇ ਹੀ ਲਾਇਆ ਜਾਂਦਾ, ਸੂਟਾ ਖਿੱਚਣਾ ਤਾਂ ਵੀ ਸਿਰ ਸਿੱਧਾ, ਜੇ ਜਰਦਾ ਲਾਉਣਾ ਤਾਂ ਵੀ। ਬਸ ਇੱਕ ਆਹੀ ਨਸ਼ਾ ਜਿਹਦਾ ਸਿਰ ਝੁਕਾ ਕੇ ਧੂਆਂ ਖਿੱਚੀਦਾ ਜਾਂ ਟੀਕਾ ਲਾਈਦਾ, ਤਾਂ ਕਰਕੇ। ਮੈਂ ਇਸ ਤਰਕ 'ਤੇ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਕਿਹਾ, ਵੀ ਸਾਲਿਆ ਤੈਨੂੰ ਆਹ ਗੱਲਾਂ ਦੱਸਦਾ ਕੌਣ ਆ? ਕਹਿੰਦਾ, ਇਹ ਸਾਰੀਆਂ ਗੱਲਾਂ ਉਸਤਾਦ ਦੱਸਦਾ। ਤਾਂ ਮੈਂ ਕਿਹਾ, ਕਿਹੜਾ ਉਸਤਾਦ ਹੈ ਤੇਰਾ? ਤਾਂ ਉਹਨੇ ਕਿਹਾ, ਬਾਈ ਕੋਈ ਸੀਗਾ ਹੀ ਨਹੀਂ, ਫਿਰ ਮੈਂ ਆਪਣੇ ਆਪ ਨੂੰ ਹੀ ਉਸਤਾਦ ਬਣਾ ਲਿਆ। ਅਸੀਂ ਦੋਨੋਂ ਹੱਸੇ। ਸੱਚੀ ਜਦੋਂ ਦਾ ਇੰਦਾ ਮਿਲਿਆ ਸੀ, ਹਾਸੇ ਵਾਪਸ ਆ ਗਏ ਸੀ, ਖੁੱਲ੍ਹ ਕੇ ਹੱਸਣ ਵਾਲੇ। ਇਹ ਖੁਸ਼ੀ ਨਾ ਤਾਂ ਮਿਹਨਤ 'ਚ ਸੀ, ਨਾ ਕਿਸੇ ਕੁੜੀ 'ਚ ਤੇ ਨਾ ਕਿਸੇ ਜਿੱਤ 'ਚ। ਇਹ ਖੁਸ਼ੀ ਇੱਕ ਬਹੁਤ ਅਲੱਗ ਤਰ੍ਹਾਂ ਦੀ ਖੁਸ਼ੀ ਸੀ। ਬਸ ਮੈਨੂੰ ਤਸੱਲੀ ਹੀ ਬਹੁਤ ਹੁੰਦੀ ਸੀ। ਨਸ਼ਾ ਕਰਕੇ ਇੱਦਾਂ ਲੱਗਦਾ ਸੀ ਕਿ ਦੁਨੀਆ ਬਾਹਲੀ ਘੈਂਟ ਚੀਜ਼ ਆ, ਸਾਲਾ ਸਵਾਦ ਹੀ ਬਾਹਲਾ ਆ ਰਿਹਾ ਸੀ। ਪੂਰੀ ਸੰਤੁਸ਼ਟੀ ਸੀ ਹਰ ਇੱਕ ਕੰਮ 'ਚ। ਦਿਨੇ ਚਲੇ ਜਾਣਾ, ਕਿਸੇ ਨੂੰ 500 ਦਾ, ਕਿਸੇ ਨੂੰ 1000 ਦਾ ਦੇਣਾ, ਅਗਲਾ ਵੀ ਖੁਸ਼, ਅਸੀਂ ਵੀ। ਕਈ ਵਾਰ ਕਈਆਂ ਨੂੰ ਮੁਫਤ ਵੀ ਲਵਾ ਦਿੰਦੇ ਸੀ। ਜਦ ਕੋਈ ਫੋਨ ਹੀ ਗਹਿਣੇ ਰੱਖਣ ਆ ਜਾਂਦਾ ਸੀ ਤਾਂ ਉਹਨੂੰ ਕਹਿੰਦੇ ਸੀ, ਸਾਲਿਓ ਜੇ ਸਮਾਨ ਲਾਉਣਾ ਹੀ ਹੁੰਦਾ ਤਾਂ ਮਿਹਨਤ ਕਰੋ ਜ਼ਿੰਦਗੀ 'ਚ। ਉਹ ਹੈਰਾਨ ਹੋ ਕੇ ਪੁੱਛਦਾ, ਕਿਹੜੀ ਮਿਹਨਤ? ਤਾਂ ਕਹਿਣਾ, ਆਪ ਦਾ ਮੋਬਾਈਲ ਕਾਹਨੂੰ ਦਿੰਦੇ ਹੋ? ਲੋਕਾਂ ਦੀ ਚੱਕ ਲਿਆਓ, ਲੁੱਟ ਖੋਹ ਕਰੋ। ਤੇ ਅਸੀਂ ਹੱਸ ਪੈਣਾ। ਸਾਲਾ ਲੁੱਟ ਖੋਹ ਵਾਲਾ ਵੀ ਸਾਨੂੰ ਉਦੋਂ ਇੱਕ ਬੰਦਾ ਮਿਲਿਆ, ਬਾਲਾ ਬੰਬ। ਆਖੇ, ਬਾਈ ਪੈਸਿਆਂ ਦੀ ਲੋੜ ਬਹੁਤ ਹੁੰਦੀ ਆ ਤਾਂ ਲੁੱਟ ਖੋਹ ਕਰ ਲਈਦੀ ਆ। ਮੈਂ ਪੁੱਛਿਆ, ਵੀ ਕਿਹਦੀ ਕਰਦੇ ਹੋ? ਤਾਂ ਕਹਿੰਦਾ, ਜਿਹੜਾ ਮਿਲ ਜੇ। ਮੈਂ ਕਿਹਾ, ਜੇ ਕੋਈ ਹੋਵੇ ਹੀ ਗਰੀਬ ਬੰਦਾ, ਸਾਈਕਲ ਵਾਲਾ ਹੋਵੇ। ਤਾਂ ਫਿਰ ਕਹਿੰਦਾ, ਬਾਈ ਮੈਂ ਆਪਣੇ ਕੰਮ 'ਚ ਕਦੇ ਜਾਤ ਪਾਤ ਦਾ ਜਾਂ ਅਮੀਰ ਗਰੀਬ ਦਾ ਫਰਕ ਨਹੀਂ ਕਰਦਾ। ਬਹੁਤ ਪੱਕੇ ਅਸੂਲ ਆ ਆਪਣੇ, ਜਿਹੜਾ ਆਉਂਦਾ ਭੜਕਾ ਦਈਦਾ। ਬਸ ਮੁੱਕਦੀ ਗੱਲ ਇੱਦਾਂ ਸੀ ਵੀ ਜਿਹੜਾ ਵੀ ਸਮਾਨ ਵਾਲਾ ਮਿਲਦਾ ਆਪਣੇ ਆਪ 'ਚ ਇੱਕ ਕਾਮੇਡੀ ਕਿਰਦਾਰ ਹੀ ਹੁੰਦਾ ਸੀ। ਸਾਲਿਆਂ ਕੋਲ ਗੱਲਾਂ ਦੇ ਤਰਕ ਤਾਂ ਇਹੋ ਜਿਹੇ ਹੁੰਦੇ ਵੀ ਓਸ਼ੋਨੀ ਵੀ ਜੇ ਜਿਉਂਦੇ ਹੁੰਦੇ ਤਾਂ ਸਮਾਨ 'ਤੇ ਲੱਗ ਜਾਣੀ ਸੀ। ਇੱਕ ਵਾਰ ਇੱਕ ਸਾਡੇ ਨਾਲ ਔਖਾ ਹੋ ਗਿਆ। ਕਹਿੰਦਾ, ਬਾਈ ਹੈ ਨਹੀਂ ਪੈਸੇ, ਪਰ ਸਮਾਨ ਦੇ, ਨਹੀਂ ਮੈਂ ਖੋ ਕੇ ਭੱਜ ਜੂ। ਇੰਦੇ ਨੇ ਗੱਡੀ 'ਚੋਂ ਬੇਸਬੱਲਾ ਕੱਢ ਲਿਆ। ਮੈਨੂੰ ਲੱਗਿਆ ਲੜਾਈ ਹੋਊ, ਪਰ ਸਾਲਾ ਕੁਝ ਹੋਰ ਹੀ ਹੋ ਗਿਆ। ਉਹ ਪਤੰਦਰ ਬੇਸਬੱਲਾ ਦੇਖ ਕੇ ਆਪਣੀ ਜੇਬ 'ਚੋਂ ਕੂਲ ਲਿਪ ਕੱਢ ਕੇ ਕਹਿੰਦਾ, ਡਰਦਾ ਤਾਂ ਮੈਂ ਇਹਦੇ ਤੋਂ ਨਹੀਂ ਜਿਹਦੇ 'ਚ ਕੈਂਸਰ ਆ। ਤੁਹਾਡੇ ਬੇਸਬੱਲੇ ਜੇ ਸ਼ੇਰਾਂ ਨੂੰ ਕੀ ਡਰਾ ਲੈਣਗੇ? ਇੰਦੇ ਨੇ ਉਹਨੂੰ ਕੁੱਟਣਾ ਤਾਂ ਕੀ ਸੀ। ਅਸੀਂ ਉਸ 55 ਕਿਲੋ ਦੇ ਸ਼ੇਰ ਦੀ ਗੱਲ ਸੁਣ ਕੇ ਹਾਸਾ 'ਚ ਦੂਰੇ ਹੋ ਗਏ। ਉਹਨੂੰ ਗੱਡੀ 'ਚ ਬਿਠਾਇਆ। ਪਹਿਲਾਂ ਤਿੰਨਾਂ ਨੇ ਸਮਾਨ ਲਾਇਆ, ਫਿਰ ਇੰਦੇ ਨੇ ਕਿਹਾ, ਵੀਰੇ ਸਾਨੂੰ ਵੀ ਥੋੜ੍ਹਾ ਜਿਹਾ ਕੈਂਸਰ ਦੇ ਦੇ, ਵੇਖੀ ਕਿਤੇ ਸਾਰਾ ਆਪ ਹੀ ਨਾ ਲਾ ਜੀ। ਫਿਰ ਹਾਸਾ ਚੜ ਗਿਆ। ਬਸ ਯਾਰੋ, ਕਹਾਣੀਆਂ ਕਿਸੇ ਤਾਂ ਤੋਂ ਦੇ ਇੰਨੇ ਵੀ ਜੇ ਸੁਣਾਈ ਜਾਵਾਂ ਤਾਂ ਢਿੱਡ ਦੁਖਣ ਲੱਗ ਜਾਣਾ ਤੁਹਾਡਾ। ਇੱਕ ਸਾਡੇ ਨਾਲ ਦਾ ਸਮਾਨ ਬਾਹਲਾ ਲਾਉਂਦਾ ਸੀ। ਉਹਨੇ ਹੌਲੀ ਹੌਲੀ ਸਹੇਲੀ ਵੀ ਸਮਾਨ 'ਤੇ ਲਾ ਲਈ। ਕਹਿੰਦਾ, ਬਾਈ ਰੋਕਦੀ ਰਹਿੰਦੀ ਸੀ, ਹੁਣ ਦੋਨੋਂ ਲਾਉਂਦੇ ਆ। ਆਪਸ 'ਚ ਪਿਆਰ ਜਿਹਾ ਹੀ ਬਹੁਤ ਬਣਿਆ ਹੋਇਆ ਆ। ਯਾਨੀ ਬਸ ਯਾਰ ਸਿਰਾ ਹੀ ਸੀ ਕੰਮ ਉਦੋਂ। ਜਿਹੜਾ ਮਿਲਦਾ ਸੀ ਆਪਣੀ ਹੀ ਕੋਈ ਕਹਾਣੀ ਸੁਣਾ ਦਿੰਦਾ ਸੀ। ਇੱਕ ਕਹਿੰਦਾ, ਬਾਈ ਮੈਂ ਵਿਆਹ ਕਰਾਉਣਾ ਚਾਹੁੰਦਾ ਹੁਣ। ਮੈਂ ਕਿਹਾ, ਵੀ ਕੁੜੀ ਮੰਨੀ ਪਈ ਆ? ਕਹਿੰਦਾ, ਕਿਹੜੀ ਕੁੜੀ? ਮੈਂ ਕਿਹਾ, ਜਿਹਦੇ ਨਾਲ ਵਿਆਹ ਕਰਾਏਗਾ। ਕਹਿੰਦਾ, ਉਹਦਾ ਹੱਲ ਵੀ ਹੋ ਹੀ ਜਾਊਂ, ਜਦ ਇੰਨੇ ਟਾਈਮ ਤੋਂ ਸਮਾਨ ਮਿਲੀ ਜਾਂਦਾ ਤਾਂ ਉਹ ਵੀ ਮਿਲੇ ਜਾਊਂ। ਉਹਨਾਂ ਦਿਨਾਂ 'ਚ ਪੈਸਾ ਬਹੁਤ ਕਮਾ ਲਿਆ ਸੀ। ਹੈਰਾਨੀ ਸੀ ਕਿ ਮੈਂ ਸਬਵੇ ਦੀ ਨੌਕਰੀ ਮੈਨੂੰ ਮਹੀਨੇ ਦੀ ਇੰਨੀ ਮਿਹਨਤ ਤੋਂ ਬਾਅਦ 6000 ਦਿੰਦੀ ਸੀ ਤੇ ਸਮਾਨ ਵੇਚ ਕੇ ਇੱਕ ਦਿਨ 'ਚ 10000 ਵੀ ਕਮਾ ਕੇ ਦੇਖਿਆ ਸੀ। ਮੈਨੂੰ ਫਿਰ ਸਮਝ ਆ ਗਿਆ ਸੀ ਕਿ ਬਾਪੂ ਕਿਹੜੀ ਗੱਲੋਂ ਤਸਕਰ ਬਣਿਆ ਸੀ। ਹੁਣ ਉਹਦੇ ਨਾਲ ਨਫ਼ਰਤ ਨਹੀਂ ਸੀ, ਸਗੋਂ ਚੰਗਾ ਲੱਗਦਾ ਸੀ। ਇੱਦਾਂ ਹੁੰਦਾ ਸੀ ਕਿ ਕਰਦਾ ਵੀ ਕੀ ਉਹ ਵਿਚਾਰਾ। ਹੁਣ ਮੈਂ ਆਪ ਉਹਦੀ ਜਗ੍ਹਾ 'ਤੇ ਖੜ੍ਹ ਕੇ ਦੇਖਿਆ ਸੀ ਤਾਂ ਸਮਝ ਆਇਆ ਸੀ ਵੀ ਪੜ੍ਹ ਲਿਖ ਕੇ ਜਾਂ ਦਿਨ ਰਾਤ ਮਿਹਨਤ ਕਰਕੇ ਨਹੀਂ ਦੁਨੀਆ ਰੋਟੀ ਦਿੰਦੀ ਚੈਨ ਦੀ। ਇਹ ਤਾਂ ਕਿਸੇ ਦੂਜੇ ਕੰਮ 'ਚ ਹੀ ਲੋਟ ਆਉਂਦੀ ਹੈ। ਬਾਪੂ ਵਿਚਾਰਾ, ਪਰ ਇਹ ਜ਼ਰੂਰ ਕਹਿੰਦਾ ਸੀ ਕਿ ਇਹ ਸਭ ਲੀਡਰ ਕਰਾ ਰਹੇ ਆ, ਅਸਲੀ 'ਚ ਤਾਂ ਉਹ ਅਮੀਰ ਹੋ ਰਹੇ ਆ। ਫਿਰ ਮੈਨੂੰ ਬਾਪੂ ਦੀ ਇਹ ਗੱਲ ਸਹੀ ਲੱਗਣ ਲੱਗੀ ਤੇ ਮੈਂ ਇੱਕ ਦਿਨ YouTube 'ਤੇ ਸੁਣਿਆ ਸੀ ਵੀ ਸਾਡੇ ਦੇਸ਼ ਦਾ ਸਿਸਟਮ ਸਾਨੂੰ ਖੋਖਲਾ ਕਰ ਰਿਹਾ ਹੈ। ਤਾਂ ਇਹ ਗੱਲ ਦਿਮਾਗ 'ਚ ਬੈਠ ਗਈ। ਫਿਰ ਇੱਕ ਦਿਨ ਮੈਂ ਸੋਹੀ ਤੇ ਇੰਦਾ ਬੈਠੇ ਰਾਤ ਨੂੰ ਦਾਰੂ ਪੀ ਰਹੇ ਸੀ। ਅਸਲ 'ਚ ਦਾਰੂ ਸਿਰਫ ਸੋਹੀ ਹੀ ਪੀਂਦਾ ਸੀ, ਕਿਉਂਕਿ ਸਮਾਨ ਲਾਉਣ ਵਾਲੇ ਦਾਰੂ ਵੱਲ ਮੂੰਹ ਹੀ ਕਰਨੋਂ ਹਟ ਜਾਂਦੇ ਆ। ਪਤਾ ਨਹੀਂ ਇਹ ਵਹਿਮ ਸੀ ਜਾਂ ਸੱਚ ਕਿ ਜਿਹੜਾ ਸਮਾਨ ਉੱਤੇ ਦਾਰੂ ਪੀ ਜਾਵੇ ਮਰ ਜਾਂਦਾ। ਤਾਂ ਅਸੀਂ ਮਰ ਕੇ ਕਾਹਨੂੰ ਦੇਖਣਾ ਸੀ, ਕਦੇ ਪੰਗਾ ਹੀ ਨਹੀਂ ਲਿਆ। ਉਸ ਦਿਨ ਮੈਂ ਸੋਹੀ ਸਾਹਿਬ ਨੂੰ ਪੁੱਛਿਆ ਕਿ ਸੋਹੀ ਸਾਹਿਬ, ਇਹ ਨਸ਼ਾ ਕੀ ਸਾਡੇ ਦੇਸ਼ ਨੂੰ ਖਰਾਬ ਕਰ ਰਿਹਾ? ਉਹਨੇ ਕਿਹਾ, ਬਿਲਕੁਲ ਕਰ ਰਿਹਾ। ਸਾਡੀ ਨੌਜਵਾਨ ਪੀੜ੍ਹੀ ਜੋ ਨਸ਼ੇ 'ਚ ਆ, ਉਹਦਾ ਕੋਈ ਗੋਲ ਹੀ ਨਹੀਂ ਰਿਹਾ ਕਿ ਕਰਨਾ ਕੀ ਹੈ। ਉਸ ਦਾ ਇੱਕ ਹੀ ਗੋਲ ਹੈ ਕਿ ਸਮਾਨ ਦਾ ਹੱਲ ਕਰਨਾ ਹੈ ਕਿਵੇਂ ਤਿਵੇਂ। ਤਾਂ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਫਿਰ ਇਹ ਕੰਮ ਕਿਉਂ ਕਰ ਰਹੇ ਹੋ? ਤਾਂ ਉਸਨੇ ਉਸ ਦਿਨ ਬੜੀ ਅਜੀਬ ਜਿਹੀ ਕਹਾਣੀ ਸੁਣਾਈ ਕਿ ਮੈਂ ਬਹੁਤ ਗਰੀਬ ਪਰਿਵਾਰ ਤੋਂ ਸੀ
ਮੇਰਾ ਬਾਪੂ MLA ਦਾ ਡਰਾਈਵਰ ਸੀ। ਉਹਨੇ ਹੀ ਸਾਨੂੰ ਪੜ੍ਹਾਇਆ ਲਿਖਾਇਆ ਤੇ ਮੈਂ ਪੋਲੀਟੀਕਲ ਸਾਇੰਸ 'ਚ ਮਾਸਟਰ ਦੀ ਡਿਗਰੀ ਵੀ ਕੀਤੀ, ਪਰ ਨੌਕਰੀ ਕਿਤੇ ਨਾ ਮਿਲੀ। ਬਾਪੂ ਤੋਂ ਵੀ ਕੰਮ ਨਹੀਂ ਸੀ ਹੁੰਦਾ। ਉਹਨੇ ਕਿਹਾ ਹੁਣ ਤੂੰ ਸਾਹਿਬ ਨਾਲ ਗੱਡੀ ਤੇ ਜਾਇਆ ਕਰ। ਸਾਹਿਬ ਬਹੁਤ ਚੰਗੇ ਬੰਦੇ ਸੀ, ਪਰ ਉਹ ਵੀ ਨਸ਼ਾ ਹੀ ਵੇਚ ਕੇ ਸਭ ਕੁਝ ਬਣਾ ਰਹੇ ਸੀ। ਤੇ ਇੱਕ ਦਿਨ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ, ਉਹਨਾਂ ਨੇ ਨਸ਼ਾ ਵੇਚਣਾ ਬੰਦ ਕੀਤਾ ਤੇ ਇਹਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕੀ ਸੀ, ਮੁਹਿੰਮ 'ਚ ਉਹਨਾਂ ਦਾ ਸਾਥ ਦੇ ਕੇ ਘਰੇ ਜਾਂਦੇ ਸਮਾਨ ਕਿਸੇ ਹੋਰ ਤੋਂ ਲਾ ਲਿਆ ਕਰਨਾ। ਪਰ ਜਦੋਂ ਸਾਹਿਬ ਨੇ ਮੀਡੀਆ ਅੱਗੇ ਨਸ਼ਾ ਵੇਚਣ ਵਾਲਿਆਂ ਦੇ ਸਾਫ਼ ਨਾਮ ਰੱਖ ਦਿੱਤੇ ਤਾਂ ਉਹਨਾਂ ਨੂੰ ਕੁਝ ਦਿਨਾਂ ਬਾਅਦ ਹੀ ਗੋਲੀ ਮਾਰ ਦਿੱਤੀ ਗਈ। ਪਤਾ ਨਹੀਂ ਲੋਕਾਂ ਦੇ ਮਨ 'ਚ ਕੀ ਆਇਆ ਕਿ ਸਾਹਿਬ ਦੇ ਕੋਈ ਮੁੰਡਾ ਨਾ ਹੋਣ ਕਰਕੇ ਮੈਨੂੰ ਖੜਾ ਕੀਤਾ ਵੋਟਾਂ 'ਚ, ਕਿਉਂਕਿ ਮੈਂ ਪੜ੍ਹਿਆ ਲਿਖਿਆ ਵੀ ਸੀ ਤੇ ਸਾਹਿਬ ਦੇ ਸਾਰੇ ਕੰਮ ਦਾ ਵੀ ਭੇਤ ਸੀ ਮੈਨੂੰ। ਤੇ ਜਦੋਂ ਮੈਂ ਜਿੱਤ ਗਿਆ ਤਾਂ ਮੈਨੂੰ ਕੁਝ ਫੋਨ ਆਏ ਕਿ ਜਿੱਦਾਂ ਕਹਿੰਦੇ ਆ ਕਰੀ ਚੱਲ, ਨਹੀਂ ਸਾਹਿਬ ਵਾਲਾ ਹਸ਼ਰ ਤੇਰਾ ਵੀ ਹੋਊ। ਫਿਰ ਮੈਂ ਵੀ ਵੇਚਣ ਲੱਗ ਪਿਆ ਨਸ਼ੇ। ਅੱਜ ਜਿਸ ਬੰਦੇ ਕੋਲ ਪੜ੍ਹਾਈ ਤੋਂ ਬਾਅਦ ਇੱਕ ਨੌਕਰੀ ਨਹੀਂ ਸੀ ਜੁੜੀ, ਉਸ ਕੋਲ ਕੋਠੀਆਂ, ਕਾਰਾਂ, ਬੀਵੀ, ਬੱਚੇ, ਮਾਂ ਪਿਓ ਦੀ ਖੁਸ਼ੀ ਸਭ ਕੁਝ ਹੈ। ਤੇ ਜੇ ਮੈਂ ਅੱਜ ਸੁਧਰਨ ਦੀਆਂ, ਨਸ਼ੇ ਨਾ ਵੇਚਣ ਬਾਰੇ ਸੋਚਾਂ ਤਾਂ ਮੇਰੇ ਨਾਲੋਂ ਬਿਹਤਰ ਤੁਸੀਂ ਇਹਦਾ ਅੰਜਾਮ ਜਾਣ ਹੀ ਗਏ ਹੋਵੋਗੇ, ਕਿਉਂਕਿ ਲੋਕ ਮੇਰੇ ਤੋਂ ਨਹੀਂ ਤਾਂ ਕਿਸੇ ਹੋਰ ਤੋਂ ਤਾਂ ਲੈ ਹੀ ਲੈਣਗੇ। ਤਾਂ ਉਹਨੇ ਫਿਰ ਇੱਕ ਪੂਰਾ ਨੀਟ ਪੈਗ ਅੰਦਰ ਲੰਘਾ ਕੇ ਕਿਹਾ ਕਿ ਕੀ ਕਰੀਏ ਯਾਰ, ਸਿਸਟਮ ਹੀ ਬਹੁਤ ਖਰਾਬ ਹੋ ਗਿਆ। ਤੇ ਮੇਰਾ ਹਾਸਾ ਨਿਕਲ ਗਿਆ ਇਹ ਸੋਚ ਕੇ ਕਿ ਸਾਲਾ ਸਿਸਟਮ ਹੈ ਕਿੱਥੇ ਜਿਹਨੂੰ ਸਾਰੇ ਗਾਲਾਂ ਕੱਢ ਰਹੇ ਆ। ਨਸ਼ੇ ਵੇਚਣ ਵਾਲੇ ਨੂੰ ਲੱਗਦਾ ਕਿ ਸਰਕਾਰ ਕਰਾ ਰਹੀ ਆ, ਤੇ ਸਰਕਾਰ ਨੂੰ ਲੱਗਦਾ ਨਸ਼ੇ ਵੇਚਣ ਵਾਲੇ ਸਿਸਟਮ ਦੇ ਵਿੱਚ ਬਹਿ ਕੇ ਕਹਿ ਰਹੇ ਨੇ ਕਿ ਸਿਸਟਮ ਬਹੁਤ ਖਰਾਬ ਹੋ ਗਿਆ। ਕਾਫੀ ਦਿਨ ਸੋਚਣ ਤੋਂ ਬਾਅਦ ਸਮਝ ਆਇਆ ਕਿ ਸਿਸਟਮ ਕੋਈ ਸੰਸਥਾ ਜਾਂ ਕੋਈ ਖਾਸ ਤਬਕਾ ਨਹੀਂ, ਸਗੋਂ ਹਰ ਇੱਕ ਮਨੁੱਖ ਨੂੰ ਮਿਲਾ ਕੇ ਹੀ ਸਿਸਟਮ ਬਣਦਾ ਹੈ। ਪਰ ਸਾਡੇ ਦੇਸ਼ 'ਚ ਹਰ ਇੱਕ ਮਨੁੱਖ ਇਸ ਦਾ ਹੀ ਕਸੂਰ ਕੱਢ ਰਿਹਾ ਹੈ। ਇਹ ਬਿਲਕੁਲ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਇੱਕ ਮੱਛੀ ਦੂਜੀ ਮੱਛੀ ਨੂੰ ਕਹਿ ਰਹੀ ਸੀ, ਮੈਂ ਸੁਣਿਆ ਸਮੁੰਦਰ ਬਹੁਤ ਵੱਡਾ ਹੁੰਦਾ ਹੈ, ਉਹਦੇ 'ਚ ਲੋਕ ਡੁੱਬ ਕੇ ਮਰ ਜਾਂਦੇ ਨੇ। ਸ਼ੁਕਰ ਹੈ ਭੈਣੇ ਆਪਾਂ ਕਦੇ ਸਮੁੰਦਰ 'ਚ ਨਹੀਂ ਡਿੱਗੇ, ਨਹੀਂ ਤਾਂ ਡੁੱਬ ਜਾਣਾ ਸੀ। ਚਲੋ ਜੋ ਵੀ ਸੀ। ਫਿਰ ਉਸ ਦਿਨ ਸੋਹੀ ਸਾਹਿਬ ਕਹਿੰਦੇ, ਬੱਬੂ ਯਾਰ ਤੂੰ ਕਾਲਜ ਵਿੱਚ ਮੈਂ ਸੁਣਿਆ ਗਾਇਆ ਕਰਦਾ ਸੀ, ਕਦੇ ਸਾਨੂੰ ਵੀ ਸੁਣਾ ਦੇ। ਕਾਲਜ ਤੋਂ ਸਿੱਖੇ ਹੋਏ ਟੋਟਕੇ ਕਰਕੇ ਕਿ ਨਾ ਇਹਨਾਂ ਨੇ ਕੋਈ ਚੱਜ ਦੀ ਗੱਲ ਸੁਣਨੀ ਹੈ ਤੇ ਨਾ ਹੀ ਮੈਥੋਂ ਬੋਲੀਆਂ, ਇਹ ਤਾਂ ਕੁਝ ਚਟਪਟਾ ਸੁਣਨਗੇ। ਮੈਂ ਮੌਕੇ ਤੇ ਹੀ ਇੱਕ ਗੀਤ ਬਣਾ ਕੇ ਸੁਣਾ ਦਿੱਤਾ ਜਦੋਂ ਕੂਲ ਲਿਪਾਂ ਤੇ ਗਾਇਆ ਸੀ ਮੈਂ। ਮਿੱਤਰਾਂ ਤੋਂ ਖੁੱਲ੍ਹ ਕੇ ਨਾ ਹੱਸਿਆ ਗਿਆ, ਨੀ ਸੀਗੀ ਬੁੱਲਾਂ ਥੱਲੇ ਲੱਗੀ ਕੂਲ ਲਿਪ ਸੋਹਣੀਏ। ਇਹ ਗੀਤ ਸੁਣ ਕੇ ਸਾਰੇ ਪਾਗਲ ਜਿਹੇ ਹੋ ਗਏ। ਮੈਂ ਇੱਥੋਂ ਉਸ ਦਿਨ 5 ਵਾਰ ਸੁਣਿਆ। ਕਈਆਂ ਨੇ ਮੋਬਾਈਲ ਤੇ ਰਿਕਾਰਡ ਕਰ ਲਏ ਤੇ ਕਈਆਂ ਨੇ ਵੀਡੀਓ ਬਣਾਈ। ਅਜੀਬ ਚੀਜ਼ ਇਹ ਹੋਈ ਕਿ ਉਹਨਾਂ ਨੇ ਵੀਡੀਓ ਚੱਕ ਕੇ YouTube ਤੇ ਪਾ ਦਿੱਤੀ ਤੇ ਉਹਦੇ ਵਿਊ ਦਿਨਾਂ 'ਚ ਹੀ ਮਿਲੀਅਨ ਟੱਪ ਗਏ। ਸਾਰੇ ਪੰਜਾਬ ਨੂੰ ਇਹ ਗਾਣਾ ਜ਼ੁਬਾਨੀ ਯਾਦ ਹੋ ਗਿਆ। ਲੋਕਾਂ ਦੇ ਮੈਨੂੰ ਮੈਸੇਜ ਆਉਣ ਲੱਗੇ, ਇੰਸਟਾ ਤੇ ਫੋਨ ਆਉਣ ਲੱਗੇ ਕੰਪਨੀਆਂ ਦੇ ਗਾਣਾ ਕਰਨ ਲਈ। ਮੈਂ ਕਿਹਾ ਵੀ ਸਾਲਾ ਇਹ ਕੀ ਹੋ ਗਿਆ, ਆਪਾਂ ਤਾਂ ਨਸ਼ਾ ਪੱਤਾ ਵੇਚਣ ਵਾਲੇ ਬੰਦੇ, ਇਹ ਕੀ ਸਾਲਾ ਸਿੰਗਰ ਬਣਾ ਲਿਆ ਲੋਕਾਂ ਨੇ ਤਾਂ।